ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਜਤਿੰਦਰ ਸਿੰਘ ਖਹਿਰਾ। ਇੰਟਰਨੈਸ਼ਨਲੀ ਜੋ ਕੁਝ ਹੁੰਦਾ ਹੈ ਸ਼ਾਇਦ ਪੰਜਾਬ ਦੇ ਉੱਤੇ ਉਹਦਾ ਸਭ ਕੁਝ ਤੋਂ ਵੱਧ ਅਸਰ ਹੁੰਦਾ ਹੈ, ਚਾਹੇ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਨਿਊਜ਼ੀਲੈਂਡ, ਕਿਉਂਕਿ ਪੰਜਾਬ ਦੇ ਹਰ ਘਰ ਦੇ ਵਿੱਚੋਂ ਇਹਨਾਂ ਮੁਲਕਾਂ ਦੇ ਉੱਤੇ ਕੋਈ ਨਾ ਕੋਈ ਵਿੱਚ ਫਸਦਾ ਆ। ਸੋ ਖਬਰਾਂ ਜਿਹੜੀਆਂ ਕੱਲ ਨਸ਼ਰ ਹੋਣੀਆਂ ਸ਼ੁਰੂ ਹੋਈਆਂ ਸੀ ਕਿ ਨਿਊਜ਼ੀਲੈਂਡ ਦੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਜੈਸਿੰਡਾ ਅਰਡਨ, ਉਹਨਾਂ ਨੇ ਅਸਤੀਫਾ ਦੇਣ ਦਾ ਜਿਹੜਾ ਆ ਐਲਾਨ ਕਰ ਦਿੱਤਾ। ਹਾਲਾਂਕਿ 15 ਦਿਨਾਂ ਬਾਅਦ ਅਕਤੂਬਰ ਨੂੰ ਜਦੋਂ ਇਲੈਕਸ਼ਨਸ ਹੋਣਗੀਆਂ ਉਸ ਤੋਂ ਬਾਅਦ ਉਹ ਕਰਨਗੇ। ਕੀ ਹਿਸਾਬ ਕਿਤਾਬ ਰਹੂਗਾ, ਕਿਵੇਂ ਹੈ, ਕਿਉਂ ਅਸਤੀਫਾ ਦਿੱਤਾ ਹੈ, ਇਹ ਸਾਰਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਜਿਹੜੇ ਕੋਰਸਪੋਂਡੈਂਟਸ ਨੇ ਹਰਮੀਤ ਸਿੰਘ ਨਿਊਜ਼ੀਲੈਂਡ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹਰਮੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਤਿੰਦਰ ਜੀ, ਤੁਹਾਨੂੰ ਵੀ ਤੇ ਜਗਬਾਣੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਅੱਛਾ, ਪਹਿਲਾਂ ਤਾਂ ਪੰਜਾਬੀਆਂ ਨੂੰ ਇਹ ਬੜੀ ਹਲਚਲ ਹੁੰਦੀ ਹੈ ਜਦੋਂ ਵੀ ਕਿਤੇ ਜਿਹੜੀਆਂ ਹਾਇਰ ਪੋਸਟ ਜਿਹੜੀਆਂ ਨੇ ਉਹ ਉਤਲ ਪਤਲ ਹੁੰਦੀਆਂ, ਜਿਵੇਂ ਜਸਟਿਨ ਟਰੂਡੋ ਹੋ ਜਾਵੇ ਜਾਂ ਤੁਹਾਡੇ ਇੱਧਰ ਜੈਸਿੰਡਾ ਅਰਡਨ ਜੀ ਹੋ ਜਾਣ, ਤਾਂ ਲੱਗਦਾ ਵੀ ਹੁਣ ਵੀਜ਼ਾ ਜਿਹੜੇ ਨੇ ਘੱਟ ਲੱਗਣਗੇ। ਮੈਂ ਸ਼ੁਰੂਆਤ ਹੀ ਉੱਥੋਂ ਕਰ ਦਿੰਦਾ, ਪਹਿਲਾਂ ਤੇ ਇਹ ਪੰਜਾਬੀਆਂ ਦੇ ਉੱਤੇ ਅਸਰ ਹੋਏਗਾ ਇਸ ਰੈਜ਼ਿਗਨੇਸ਼ਨ ਦਾ? ਨਹੀਂ, ਇਸ ਰੈਸਿਗਨੇਸ਼ਨ ਦਾ ਪੰਜਾਬੀਆਂ ਤੇ ਜਾਂ ਜਿਹੜਾ ਕਿ ਐਸ ਸੱਚ ਨਹੀਂ ਹੋਵੇਗਾ। ਹਾਂ, ਇਹ ਜ਼ਰੂਰ ਹੈ ਕਿਉਂਕਿ ਦੇਖੋ ਜੀ, ਜਦੋਂ ਵੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਬਦਲ ਕੇ ਕੋਈ ਹੋਰ ਚਿਹਰਾ ਜਦੋਂ ਸਾਹਮਣੇ ਆਉਂਦਾ ਤਾਂ ਫਿਰ ਉਹ ਆਪਣੇ ਮੁਤਾਬਿਕ ਜਿਹੜਾ ਉਹ ਦੇਸ਼ ਨੂੰ ਚਲਾਉਣਾ ਚਾਹੁੰਦਾ। ਹਾਲਾਂਕਿ ਪਾਰਟੀਆਂ ਜਿਹੜੀਆਂ ਨੇ ਉਹ ਪਿੱਛੇ ਕੰਮ ਕਰਦੀਆਂ ਨੇ, ਪਰ ਨਾਲ ਇਹ ਵੀ ਦੱਸ ਦਈਏ ਕਿ ਜੈਸਿੰਡਾ ਆਰਡਨ ਜਿਹੜੇ ਨੇ ਪਿਛਲੇ 5.5 ਸਾਲ ਤੋਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਰਹੇ ਨੇ। ਇਸ ਵਾਰ ਉਹਨਾਂ ਦੀ ਦੂਸਰੀ ਟਰਮ ਸੀਗੀ ਤੇ ਇਸ ਵਾਰ ਉਹ ਬਹੁਤ ਵੱਡੀ ਜਿੱਤ ਦੇ ਨਾਲ ਉਹਨਾਂ ਨੇ ਵਾਪਸੀ ਕੀਤੀ ਸੀਗੀ ਤੇ 5.5 ਸਾਲ ਦੀ ਟਰਮ ਪੂਰੀ, ਮਤਲਬ ਅਕਤੂਬਰ ਦੇ ਵਿੱਚ ਉਹਨਾਂ ਦੇ 6 ਸਾਲ ਪੂਰੇ ਹੋਣੇ ਸੀ। ਇਹ ਵੀ ਦੱਸਦੇ ਆ ਕਿ ਨਿਊਜ਼ੀਲੈਂਡ ਦੇ ਵਿੱਚ ਹਰ 3 ਸਾਲ ਬਾਅਦ ਵੋਟਾਂ ਹੁੰਦੀਆਂ, ਜਿਵੇਂ ਆਪਣੇ ਹਾਂਜੀ ਜਿਵੇਂ ਆਪਣੇ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ, ਭਾਰਤ ਵਿੱਚ ਤਾਂ 5 ਸਾਲ ਬਾਅਦ ਵੋਟਾਂ ਹੁੰਦੀਆਂ ਨੇ, ਨਿਊਜ਼ੀਲੈਂਡ ਵਿੱਚ ਹਰ 3 ਸਾਲ ਬਾਅਦ ਵੋਟਾਂ ਹੁੰਦੀਆਂ ਨੇ। ਤੇ ਇਹ ਉਹਨਾਂ ਦੀ ਦੂਸਰੀ ਟਰਮ ਦਾ ਅਖੀਰਲਾ ਸਾਲ ਜਿਹੜਾ ਆ ਉਹ ਸ਼ੁਰੂ ਹੋਇਆ ਸੀਗਾ ਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੀ ਜਾਰੀ ਜਦੋਂ ਕੀਤੀ ਹੈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਜੀ ਕਿ ਇਹ ਜਿਹੜਾ ਸਾਲ ਹੈ ਇਹ ਸਿਰਫ ਇੱਕ ਸਾਲ ਹੀ ਨਹੀਂ ਸੀਗਾ, ਇਹਦੇ ਨਾਲ ਅਗਲੇ 3 ਸਾਲਾਂ ਦੀ ਵੀ ਕਮਿਟਮੈਂਟ ਜਿਹੜੀ ਹੈ ਉਹ ਮੈਨੂੰ ਕਰਨੀ ਪੈਣੀ ਸੀ। ਤੇ ਉਹਨਾਂ ਨੇ ਆਪਣੇ ਪ੍ਰੈਸ ਕਾਨਫਰੰਸ ਵਿੱਚ ਇਹ ਕਿਹਾ ਕਿ ਮੈਨੂੰ ਲੱਗਦਾ ਕਿ ਹੁਣ ਓਨੀ એનર્ਜੀ ਜਿਹੜੀ ਹੈ ਮੇਰੇ ਵਿੱਚ ਨਹੀਂ ਬਚੀ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਆਖੀ ਵੀ ਕਿਸੇ ਵੀ ਦੇਸ਼ ਦੇ ਜਿਹੜਾ ਕੋਈ ਪ੍ਰਧਾਨ ਮੰਤਰੀ ਇਹ ਜੌਬ ਕਰਨ ਦਾ ਜਿਹਨੂੰ ਵੀ ਮੌਕਾ ਪ੍ਰਾਪਤ ਹੁੰਦਾ ਆ ਉਹ ਬਹੁਤ ਵਡਭਾਗਾ ਤੇ ਬਹੁਤ ਅਹਿਮ ਰੋਲ ਹੁੰਦਾ ਆ। ਉਹਨਾਂ ਨੇ ਕਿਹਾ ਕਿ ਪਿਛਲੇ 5.5 ਸਾਲ ਮੈਂ ਇਸ ਰੋਲ ਨੂੰ ਬਹੁਤ ਇੰਜੋਏ ਕੀਤਾ ਆ ਤੇ ਇਹ ਉਹੀ ਬੰਦਾ ਕਰ ਸਕਦਾ ਹੈ ਜਿਹਦੇ ਵਿੱਚ ਭਰਪੂਰ ਇੱਛਾ ਸ਼ਕਤੀ ਹੋਵੇ, ਭਰਪੂਰ એનર્ਜੀ ਹੋਵੇ। ਤੇ ਉਹਨਾਂ ਨੇ ਕਿਹਾ ਕਿ ਅਗਲੇ ਇਸ ਸਾਲ ਤੇ ਉਸ ਤੋਂ ਅਗਲੇ 3 ਸਾਲਾਂ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਹੁਣ ਮੇਰੇ ਵਿੱਚ ਉਹ એનર્ਜੀ ਜਿਹੜੀ ਬਚੀ ਹੈ, ਇਸ ਲਈ ਮੈਂ ਚਾਹੁੰਦੀ ਹਾਂ ਕਿ ਕਿਸੇ ਨਵੇਂ ਨੂੰ ਜਿਹੜਾ ਭਾਰ ਸੌਂਪਿਆ ਜਾਵੇ। ਅੱਛਾ, ਪੰਜਾਬ ਜਾਂ ਭਾਰਤ ਦੇ ਵਿੱਚ ਅਸੀਂ ਇਹ ਸ਼ਬਦ ਸੁਣਨ ਨੂੰ ਤਰਸਦੇ ਰਹਿੰਦੇ ਹਾਂ ਵੀ ਕਿਸੇ ਨਵੇਂ ਨੂੰ ਚਾਂਸ ਮਿਲੇ। ਹਰਮੀਤ ਜੀ, ਮਤਲਬ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਸਸਪੀਸ਼ੀਅਸ ਚੀਜ਼ ਨਹੀਂ ਹੈਗੀ। ਮੈਂ ਸਟੇਟਮੈਂਟ ਪੜ੍ਹ ਰਿਹਾ ਸੀਗਾ ਕਿ ਜਿਹੜੀ ਉਹਨਾਂ ਨੇ ਦਿੱਤੀ ਆ, ਉਹਨਾਂ ਨੇ ਕਿਹਾ ਵੀ ਕਿਉਂਕਿ ਮੈਨੂੰ ਲੱਗਦਾ ਹੈ ਵੀ ਹੁਣ ਮੈਂ ਹਰ ਕਿਸੇ ਦੀ ਆਪਣੀ ਨਿੱਜੀ ਜ਼ਿੰਦਗੀ ਵੀ ਹੁੰਦੀ ਆ, ਮੈਂ ਉਸ ਤਰਫ ਵੀ ਜਾਣਾ ਚਾਹੁੰਦੇ ਹਾਂ। ਪਰ 2017 ਜਦੋਂ ਕੋਲੀਸ਼ਨ 'ਚ ਆਉਂਦੀ ਹੈ ਲੇਬਰ ਪਾਰਟੀ ਕਿਸੇ ਦੇ ਨਾਲ, ਫਿਰ ਉਸ ਤੋਂ ਬਾਅਦ ਇੱਕ ਲੈਂਡਸਲਾਈਡ ਵਿਕਟਰੀ ਹੈ ਔਰ ਕਰੋਨਾ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿਸੇ ਮੁਲਕ ਨੇ ਜੇ ਕੁਝ ਮੈਨੇਜਿੰਗ ਤਰੀਕੇ ਦੇ ਨਾਲ ਕੰਮ ਕੀਤਾ ਤਾਂ ਕ੍ਰੈਡਿਟ ਜਿਹੜਾ ਹੈ ਉਹ ਸਿਰਫ ਤੇ ਸਿਰਫ ਜੈਸਿੰਡਾ ਅਰਡਨ ਨੂੰ ਜਾਂਦਾ ਆ। ਤੁਹਾਨੂੰ ਲੱਗਦਾ ਹੈ ਕਿ ਵਾਕਈ ਲੇਬਰ ਪਾਰਟੀ ਦੇ ਵਿੱਚ ਵੀ ਕੁਝ, ਜੇ ਕਹਿ ਲਈਏ ਕਿ ਅੱਜ ਕੱਲ੍ਹ ਹਰ ਮੁਲਕ ਦੀ ਜਿਹੜੀ ਰਾਜਨੀਤੀ ਆ ਉਹ ਇੱਕੋ ਜਿਹੀ ਲੱਗਦੀ ਹੈ? ਸਾਨੂੰ ਲੱਗਦਾ ਹੁੰਦਾ ਸੀ ਪਹਿਲਾਂ ਸਾਡੇ ਮੁਲਕਾਂ ਦੀ ਰਾਜਨੀਤੀ ਇੱਦਾਂ ਦੀ ਹੈ, ਪਰ ਹੁਣ ਕਿਤੇ ਨਾ ਕਿਤੇ ਅਮਰੀਕਾ ਜੋ ਹੁੰਦਾ ਆ, ਕੈਨੇਡਾ ਹੁੰਦਾ, ਉਹ ਲੱਗਦਾ ਵੀ ਇੱਥੇ ਵੀ ਇੱਦਾਂ ਹੀ ਆ ਜੋ ਕੁਛ ਸਾਡੇ ਚੱਲਦਾ। ਨਿਊਜ਼ੀਲੈਂਡ ਵੀ ਇਹ ਕੁਛ ਚੱਲਦਾ ਜਾਂ ਵਾਕਈ ਜੋ ਸਟੇਟਮੈਂਟ ਆਈ ਆ ਉਹ ਸਹੀ ਹੈ? ਨਹੀਂ, ਬਿਲਕੁਲ ਇਹ ਜਿਹੜੀ ਸਟੇਟਮੈਂਟ ਹੈ ਜੀ ਇਹ ਬੜੀ ਸਾਫ਼ ਤੇ ਕਲੀਅਰ ਦੀ ਸਟੇਟਮੈਂਟ ਹੈ, ਪਰ ਇਹਦੇ ਵਿੱਚ ਜਿਹੜੇ ਕੁਝ ਕਾਰਨ ਜਿਹੜੇ ਨੇ ਉਹ ਤੁਹਾਨੂੰ ਮੈਂ ਜ਼ਰੂਰ ਨਸ਼ਰ ਕਰ ਦਿੰਦਾ। ਕਿਉਂਕਿ ਪਿਛਲੇ ਲਗਭਗ 6-7 ਮਹੀਨਿਆਂ ਤੋਂ ਲੇਬਰ ਪਾਰਟੀ ਤੇ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਸੀਗਾ, ਉਹ ਪ੍ਰੈਸ਼ਰ ਕੀ ਸੀਗਾ ਕਿ ਇੱਕ ਤਾਂ ਅਸੀਂ ਦੇਖ ਰਹੇ ਹਾਂ ਕਿ ਪੂਰੇ ਦੁਨੀਆ ਦੇ ਵਿੱਚ ਜਿਹੜੀ ਮੰਦੀ ਜਿਹੜੀ ਹੈ ਉਹ ਆ ਸਕਦੀ ਹੈ। ਇਹ ਜਿਹੜੇ ਇਕਨੋਮਿਸਟ ਨੇ ਉਹ ਇਹ ਦਾਅਵੇ ਕਰ ਰਹੇ ਨੇ ਕਿ ਜੀ ਆਉਂਦੇ ਸਾਲ ਦੇ ਵਿੱਚ ਮੰਦੀ ਆ ਸਕਦੀ ਹੈ। ਪਿਛਲੇ 6-7 ਮਹੀਨਿਆਂ ਤੋਂ ਲਗਾਤਾਰ ਜਿਹੜੀਆਂ ਕੀਮਤਾਂ ਨੇ, ਆਮ ਕੀਮਤਾਂ ਜਿਹੜੀਆਂ ਨੇ ਉਹ ਨਿਊਜ਼ੀਲੈਂਡ ਵਿੱਚ ਵੀ ਵੱਧ ਰਹੀਆਂ ਨੇ। ਲੋਕਾਂ ਦੇ ਲਈ ਘਰ ਲੈਣੇ ਬੜੇ ਔਖੇ ਹੋ ਗਏ ਨੇ, ਉਹਨਾਂ ਦੀਆਂ ਜਿਹੜੀਆਂ ਮੋਰਗੇਜਸ ਨੇ ਉਹ ਵੱਧ ਗਈਆਂ ਨੇ। ਆਮ ਰੋਜ਼ਮਰਾ ਜਿਹੜੀ ਜ਼ਿੰਦਗੀ, ਜਿਹੜਾ ਖਾਣ ਪੀਣ ਹੈ, ਪੈਟਰੋਲ ਪਾਉਣਾ ਆ, ਉਹ ਬਹੁਤ ਕੁਝ ਮਹਿੰਗਾ ਹੋ ਰਿਹਾ ਆ। ਉਹ ਇੱਕ ਬੜਾ ਵੱਡਾ ਪ੍ਰੈਸ਼ਰ ਸੀਗਾ। ਉਸ ਤੋਂ ਬਾਅਦ ਪਿਛਲੇ 6-7 ਮਹੀਨਿਆਂ ਦੇ ਵਿੱਚ ਨਿਊਜ਼ੀਲੈਂਡ ਵਾਸੀਆਂ ਨੇ ਜਿਹੜਾ ਕਿ ਪਹਿਲਾਂ ਕਦੇ ਨਹੀਂ ਹੋਇਆ, ਲੁੱਟਾਂ ਖੋਹਾਂ ਬਹੁਤ ਦੇਖੀਆਂ। ਬਹੁਤ ਵੱਡਾ ਜਿਹੜਾ ਲੁੱਟਾਂ ਖੋਹਾਂ ਦਾ ਜਿਹੜੀ ਪਰਸੈਂਟੇਜ ਰਾਈਜ਼ ਹੋਈ ਹੈ ਤੇ ਕਿਤੇ ਨਾ ਕਿਤੇ ਜਿਹੜੀ ਕ੍ਰਿਮੀਨਲ ਤੇ ਜਸਟਿਸ ਪ੍ਰਣਾਲੀ ਹੈ ਉਹ ਤੇ ਵੀ ਸਵਾਲ ਚੁੱਕੇ ਜਾ ਰਹੇ ਸੀ। ਇਹਦੇ ਚੱਲਦਿਆਂ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜੈਸਿੰਡਾ ਆਰਡਨ ਹੋਣਾ ਦਾ ਜਿਹੜੀ ਉਹਨਾਂ ਦੀ ਪਹਿਲੀ ਟਰਮ ਸੀਗੀ 2017 ਵਾਲੀ, ਉਹਦੇ ਵਿੱਚ ਉਹਨਾਂ ਨੇ ਬਹੁਤ ਹੀ ਮਾਣਮੱਤਾ, ਜਿਹੜਾ ਕਿ ਆਪਾਂ ਪਹਿਲਾਂ ਕਰੀਏ
ਤੁਹਾਨੂੰ ਯਾਦ ਹੋਣਾ ਕਿ ਕ੍ਰਾਈਸਟ ਚਰਚ ਵਿਖੇ ਇੱਕ ਟੈਰਰਿਸਟ ਅਟੈਕ ਵੀ ਹੋਇਆ ਸੀਗਾ, ਜੀ ਜੀ ਉਹਨੂੰ ਵੀ ਉਹਦੇ ਤੇ ਵੀ ਕਾਬੂ ਪਾਇਆ ਸੀ ਬਹੁਤ ਅੱਛੇ ਤਰੀਕੇ ਨਾਲ। ਉਸ ਤੋਂ ਬਾਅਦ ਫਿਰ ਜਦੋਂ ਕਰੋਨਾ ਆਇਆ ਤੇ ਕਰੋਨਾ ਨੂੰ ਹਰਾ ਕੇ ਨਿਊਜ਼ੀਲੈਂਡ ਪਹਿਲਾ ਇਹੋ ਜਿਹਾ ਮੁਲਕ ਬਣਿਆ ਸੀ ਜਿਹਨੇ ਆਪਦੇ ਜਿਹੜੇ ਨਾਗਰਿਕ ਨੇ ਉਸ ਬੜੇ ਸੇਫ ਰੱਖੇ ਸੀਗੇ। ਪਰ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਸਾਲ ਸੀਗਾ ਉਹਦੇ ਵਿੱਚ ਹੋਰ ਬਹੁਤ ਬਿਹਤਰੀ ਕਰਨ ਵਾਲਾ ਕੰਮ ਸੀਗਾ। ਜਿਹੜੇ ਵਾਅਦੇ ਕਰਕੇ ਲੇਬਰ ਸਰਕਾਰ ਬਣੀ ਸੀਗੀ, ਇਹਨਾਂ ਨੇ ਕਿਹਾ ਸੀ ਕਿ ਅਸੀਂ ਲੋਕਾਂ ਦਾ ਜਿਹੜਾ ਜੀਵਨ ਹੈ ਉਹਨੂੰ ਸੌਖਾ ਕਰਾਂਗੇ, ਅਸੀਂ ਵੱਧ ਘਰ ਮੁਹੱਈਆ ਕਰਵਾਵਾਂਗੇ, ਅਸੀਂ ਕੀ ਕਹਿੰਦੇ ਆ ਕਿ ਲੋਕਾਂ ਦੀ ਸਿਕਿਉਰਿਟੀ ਦੇ ਲਈ ਕੰਮ ਕਰਾਂਗੇ, ਤੇ ਉਹ ਕੁਝ ਜਿਹੜਾ ਆ ਉਹ ਇਸ ਸਾਲ ਹੁੰਦਾ ਨਜ਼ਰ ਨਹੀਂ ਸੀ ਆਇਆ। ਹਾਂ, ਇਹਦੇ ਪਿੱਛੇ ਜਸਿੰਡਾ ਆਰਡਨ ਨੇ ਆਪਣੇ ਭਾਸ਼ਣ ਵਿੱਚ ਇਹ ਜ਼ਰੂਰ ਕਿਹਾ ਕਿ ਕੋਈ ਇਹ ਨਾ ਮੰਨੇ ਕਿ ਬਈ ਮੈਂ ਇਹਨਾਂ ਕੰਮਾਂ ਤੋਂ ਭੱਜਦੀ ਹੋਈ ਅਸਤੀਫਾ ਦਿੱਤਾ ਆ। ਹਾਂ, ਇਹ ਜ਼ਰੂਰ ਹੈ ਕਿ ਮੇਰੇ ਵਿੱਚ ਉਨੀ ਇੱਛਾ ਸ਼ਕਤੀ ਜਾਂ ਉਨੀ ਸ਼ਕਤੀ ਨਹੀਂ ਬਚੀ ਹੈ ਕਿ ਮੈਂ ਲਗਾਤਾਰ ਇਸ ਆਪਣੀ ਪਦਵੀ ਨੂੰ ਅੱਗੇ ਲੈ ਕੇ ਚੱਲਾਂ। ਇਸ ਲਈ ਮੈਂ ਚਾਹੁੰਦੀ ਹਾਂ ਕੋਈ ਨਵਾਂ ਜਿਹੜਾ ਚਿਹਰਾ ਆ ਉਹ ਅੱਗੇ ਆਵੇ, ਉਹਦੇ ਮੋਢਿਆਂ ਤੇ ਭਾਰ ਹੋਵੇ, ਜਿਹਦੇ ਵਿੱਚ ਉਨੀ ਹੀ ਜਿਹੜੀ ਸ਼ਕਤੀ ਹੋਵੇ ਇਸ ਦੇਸ਼ ਨੂੰ ਚਲਾਉਣ ਦੇ ਲਈ, ਤੇ ਉਹ ਇਸ ਦੇਸ਼ ਨੂੰ ਅੱਗੇ ਲੈ ਕੇ ਜਾਵੇ। ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਮੈਂ ਆਪਣੇ ਇਸ ਪਦ ਤੋਂ ਇਸ ਲਈ ਅਸਤੀਫਾ ਨਹੀਂ ਦੇ ਰਹੀ ਹਾਂ ਕਿ ਇਸ ਵਰੇ ਲੇਬਰ ਪਾਰਟੀ ਜਿੱਤ ਨਹੀਂ ਸਕਦੀ। ਉਹਨਾਂ ਨੇ ਕਿਹਾ ਲੇਬਰ ਪਾਰਟੀ ਜਿੱਤ ਸਕਦੀ ਹੈ ਤੇ ਜਿੱਤੂਗੀ ਵੀ, ਪਰ ਮੈਂ ਚਾਹੁੰਦੀ ਹਾਂ ਕਿ ਇਹਦੇ ਲਈ ਕੋਈ ਨਵਾਂ ਚਿਹਰਾ ਹੋਵੇ। ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਆਪਣੇ ਪਰਿਵਾਰ ਨੂੰ ਉਹਨਾਂ ਸਮਾਂ ਜਿਹੜਾ ਇਹਨਾਂ ਪਿਛਲੇ 5.5 ਸਾਲਾਂ 'ਚ ਨਹੀਂ ਦੇ ਪਾਈ ਹੈ। ਉਹਨਾਂ ਦੀ ਬੇਟੀ ਨੇ ਇਸ ਵਰੇ ਤੋਂ ਸਕੂਲ ਸ਼ੁਰੂ ਕਰਨਾ ਹੈ। ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਬੇਟੀ ਨੂੰ ਉਹ ਸਮਾਂ ਦੇਵਾਂ। ਨਾਲ ਕਿਉਂਕਿ ਜਸਿੰਡਾ ਆਰਡਨ ਜਿਹੜੇ ਨੇ ਉਹਨਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ, ਉਹ ਇੱਕ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਨੇ ਪਾਰਟਨਰ ਦੇ। ਉਹਨਾਂ ਨੇ ਕਿਹਾ ਕਿ ਉਹ ਇਸ ਸਾਲ ਵਿਆਹ ਵੀ ਜ਼ਰੂਰ ਕਰਵਾਉਣਗੇ, ਤੇ ਉਹਨਾਂ ਦੇ ਜਿਹੜੇ ਪਾਰਟਨਰ ਨੇ, ਸਾਥੀ ਨੇ, ਉਹ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉੱਥੇ ਮੌਜੂਦ ਸੀ। ਅੱਛਾ, ਫਿਰ ਇਹ ਕਹਿ ਸਕਦੇ ਕਿ ਜੈਸਿੰਡਾ ਆਰਡਨ ਨੇ ਵਿਆਹ ਕਰਾਉਣ ਦੇ ਲਈ ਵੀ ਅਸਤੀਫਾ ਦੇ ਦਿੱਤਾ ਹੈ, ਜਾਂ ਫਿਰ ਇਹ ਕਿਹਾ ਜਾ ਸਕਦਾ ਕਿ ਨਹੀਂ? ਹਾਂ, ਦੇਖੋ, ਉਹਨਾਂ ਨੇ ਇਹ ਕਿਹਾ ਜੀ ਕਿ ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਇਹ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਇਸ ਭਾਸ਼ਣ ਤੋਂ ਬਾਅਦ ਬਹੁਤ ਸਾਰੀਆਂ ਏਦਾਂ ਗੱਲਾਂ ਉੱਠਣਗੀਆਂ ਵੀ ਅਸਲੀ ਕਾਰਨ ਹੈ ਕੀ ਹੈ ਅਸਤੀਫੇ ਦਾ। ਉਹਨਾਂ ਨੇ ਕਿਹਾ ਜੋ ਮੈਂ ਤੁਹਾਨੂੰ ਦੱਸਿਆ ਉਹੀ ਅਸਲੀ ਕਾਰਨ ਹੈ, ਤੇ ਨਾਲ ਉਹਨੇ ਇਹ ਵੀ ਕਿਹਾ ਕਿ ਮੈਂ ਆਪਣੇ ਪਰਿਵਾਰ ਲਈ ਹੁਣ ਸਮਾਂ ਦੇਣਾ ਚਾਹੁੰਦੀ ਹਾਂ। ਜਸਵਿੰਦਰ ਜੀ, ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪਹਿਲਾਂ ਵੀ ਨਾ ਬਹੁਤ ਸਾਰੇ ਏਦਾਂ ਦੇ ਜਿਹੜੇ ਪੋਲੀਟੀਸ਼ੀਅਨ ਨੇ ਨਿਊਜ਼ੀਲੈਂਡ ਦੇ ਵਿੱਚ ਨੇ ਜਿਹੜੇ ਕਿ ਵੱਡੀਆਂ ਪਦਵੀਆਂ ਤੇ ਰਹੇ ਨੇ, ਤੇ ਉਹਨਾਂ ਨੇ ਕੁਝ ਸਮਾਂ ਕਰਨ ਤੋਂ ਬਾਅਦ ਆਪਣੇ ਅਸਤੀਫੇ ਤੋਂ, ਆਪਣੇ ਪਦ ਤੋਂ ਅਸਤੀਫਾ ਇਹ ਕਹਿ ਦਿੱਤਾ ਸੀਗਾ ਕਿ ਜੀ ਅਸੀਂ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਾਂ। ਅਨਲਾਈਕਲੀ ਜਿਹੜਾ ਕਿ ਆਪਾਂ ਇੰਡੀਆ 'ਚ ਦੇਖਦੇ ਹਾਂ ਕਿ ਜਿਹੜਾ ਕਿ ਪਰਿਵਾਰ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਸ਼ਾਇਦ ਉਹਨਾਂ ਸਮਾਂ ਨਹੀਂ ਦੇ ਪਾਉਂਦੇ, ਪਰ ਜਦੋਂ ਆਪਾਂ ਫੋਰਨ ਦੀ ਥੋੜੀ ਜੀ ਦੇਖਦੇ ਹਾਂ, ਪੋਲੀਟਿਕਸ ਦੇਖਦੇ ਹਾਂ, ਇਹਦੇ ਵਿੱਚ ਇਹ ਜ਼ਰੂਰ ਹੁੰਦਾ ਕਿ ਪਰਿਵਾਰਾਂ ਨੂੰ ਵੀ ਉਨਾ ਹੀ ਸਮਝ ਆ ਜਾਂਦਾ ਕਿ ਇਹਦੇ 'ਚ ਕੋਈ ਇਹ ਨਹੀਂ ਹੈ ਕਿ ਕੋਈ ਬੰਦਾ 35 ਸਾਲ ਦਾ, 40 ਸਾਲ ਦਾ, 50 ਸਾਲ ਦਾ, 25 ਸਾਲ ਦਾ, ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਤੇ, ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਜਿਹੜੀ ਪੋਲੀਟਿਕਸ ਹੈ ਉਹ ਜ਼ਿਆਦਾ ਹਾਵੀ ਹੋ ਗਈ ਹੈ ਤੇ ਉਹਨਾਂ ਕੋਲੇ ਆਪਣੇ ਪਰਿਵਾਰ ਲਈ ਸਮਾਂ ਨਹੀਂ ਹੈ, ਬਹੁਤ ਵਾਰ ਏਦਾਂ ਦੇਖਣ ਨੂੰ ਮਿਲਿਆ ਕਿ ਉਹ ਫਿਰ ਪੋਲੀਟਿਕਸ ਨੂੰ ਅਲਵਿਦਾ ਕਹਿ ਦਿੰਦੇ ਨੇ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਨੇ। ਅੱਛਾ, ਬਾਕੀ ਬਿਲਕੁਲ ਬਹੁਤ ਸੋਹਣੀ ਗੱਲ ਹੈ ਹਰਮੀਤ ਜੀ। ਤੇ ਮੈਂ ਦੇਖਦਾ ਹੁੰਦਾ ਸੀ ਵੀ ਜਿਵੇਂ ਸ਼ਰਨਾਰਥੀ ਆ, ਜਦੋਂ ਤੁਸੀਂ ਕਹਿੰਦੇ ਹੋ ਵੀ ਹਮਲਾ ਹੁੰਦਾ ਚਰਚ ਦੇ ਉੱਤੇ, ਜਾਂ ਫਿਰ ਕਰੋਨਾ ਟਾਈਮ ਉਹਨਾਂ ਨੇ ਕਿਹਾ ਸੀ ਵੀ ਸਾਡੀ ਕੰਟਰੀ ਦੇ ਵਿੱਚ ਬੜੇ ਸਾਰੇ ਸ਼ਰਨਾਰਥੀ ਨੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਰਹਿੰਦੇ ਨੇ, ਸਾਨੂੰ ਪਤਾ ਆ, ਪਰ ਅਸੀਂ ਉਹਨਾਂ ਨੂੰ ਹੁਣ ਕੱਢ ਨਹੀਂ ਸਕਦੇ ਕਿਉਂਕਿ ਉਹ ਇੱਕ ਸਾਡੀ ਇਕਨੋਮੀ ਦਾ ਹਿੱਸਾ ਹੈ, ਸਾਡੀ ਕੰਟਰੀ ਦਾ ਹਿੱਸਾ ਬਣ ਜਾਂਦੇ ਨੇ। ਮੇਰਾ ਸਵਾਲ ਇਹ ਹੈ ਕਿ ਕਿਉਂਕਿ ਇਲੀਗਲ ਮਾਈਗ੍ਰੇਟ ਸਾਡੇ ਨੇ, ਉਹ ਇੰਡੀਆ ਤੋਂ ਵੀ ਜਾਂਦੇ ਹੋਣਗੇ, ਹੋਰ ਮੁਲਕਾਂ ਤੋਂ ਵੀ ਆਉਂਦੇ ਰਹਿਣਗੇ, ਉਹਨਾਂ ਮਾਈਗ੍ਰੇਟਸ ਲੋਕਾਂ ਦੇ ਅੰਦਰ ਵੀ ਜੈਸਿੰਡਾ ਦੇ ਲਈ ਤੇ ਜਿਹੜਾ ਆ ਉਹ ਮੈਨੂੰ ਲੱਗਦਾ ਸੌਫਟ ਕਾਰਨਰ ਤੇ ਰਿਹਾ ਹੋਵੇਗਾ, ਔਰ ਉਹਦੇ ਨਾਲ ਕੀ ਫਰਕ ਪੈਂਦਾ? ਦੇਖੋ, ਇਹ ਪਿਛਲੇ ਜਿਹੜੀ ਪਹਿਲੀ ਟਰਮ ਸੀਗੀ ਲੇਬਰ ਗਵਰਨਮੈਂਟ ਦੀ, ਉਹ ਪਿਛਲੇ 3-4 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਆਂ ਬਹੁਤ ਸਖਤ ਸੀਗੀਆਂ। ਪਿਛਲੇ ਤਾਂ ਲੇਬਰ ਪਾਰਟੀ ਨੇ ਇਹ ਐਲਾਨ ਕੀਤਾ ਸੀਗਾ ਵੀ ਜਿਹੜਾ ਵੀ ਵਿਅਕਤੀ ਜਿਹੜਾ ਆ 3 ਸਾਲ ਤੋਂ ਵੱਧ ਨਿਊਜ਼ੀਲੈਂਡ ਦੇ ਵਿੱਚ ਉਹਨੂੰ ਰਹਿੰਦਿਆਂ ਨੂੰ ਹੋ ਗਏ ਨੇ, ਜਾਂ ਫਿਰ ਉਹਦੀ ਜਿਹੜੀ ਤਨਖਾਹ ਆ $27 ਪ੍ਰਤੀ ਘੰਟਾ ਉਹ ਲੈ ਰਿਹਾ ਹੈ, ਉਹ ਸਾਰੇ ਹੀ ਪੱਕੇ ਕਰ ਦੇਣੇ ਨੇ। ਕਿਉਂਕਿ ਪਿਛਲੇ ਉਸ ਤੋਂ ਪਹਿਲਾਂ ਜਿਹੜੇ 4 ਸਾਲ ਸੀਗੇ, ਬਹੁਤ ਘੱਟ ਲੋਕ ਜਿਹੜੇ ਨੇ ਉਹਨਾਂ ਨੂੰ ਰੈਸੀਡੈਂਸੀ ਨਸੀਬ ਹੋਈ ਸੀਗੀ ਨਿਊਜ਼ੀਲੈਂਡ ਦੀ, ਤੇ ਨਿਊਜ਼ੀਲੈਂਡ ਦੀ ਜਿਹੜੀ ਰੈਸੀਡੈਂਸੀ ਲੈਣੀ ਇੱਕ ਬਹੁਤ ਔਖਾ ਕੰਮ ਮੰਨਿਆ ਜਾਂਦਾ ਸੀਗਾ, ਜਿਹਦੇ ਚੱਲਦਿਆਂ ਲੋਕ ਇੱਥੋਂ ਪਲਾਇਨ ਕਰਨਾ ਵੀ ਸ਼ੁਰੂ ਕਰ ਗਏ ਸੀ, ਬਾਕੀ ਦੇਸ਼ਾਂ ਨੂੰ, ਕੈਨੇਡਾ, ਆਸਟ੍ਰੇਲੀਆ, ਹੋਰ ਮੁਲਕਾਂ ਨੂੰ ਜਾਣਾ ਸ਼ੁਰੂ ਕਰ ਗਏ ਸੀ। ਉਸ ਪਲਾਇਨ ਨੂੰ ਰੋਕਣ ਦੇ ਲਈ ਨਿਊਜ਼ੀਲੈਂਡ ਸਰਕਾਰ ਨੇ ਫਿਰ ਇਹ ਕੀਤੀ, ਜਿਹੜੀ ਸਕੀਮ ਕੱਢੀ ਸੀਗੀ, ਜਿਹਦੇ ਤਹਿਤ ਲਗਭਗ 2 ਲੱਖ ਦੇ ਕਰੀਬ ਜਿਹੜੇ ਨੇ ਲੋਕ ਪੱਕੇ ਵੀ ਹੋਏ ਨੇ, ਜਿਹਦੇ ਵਿੱਚ ਬਹੁਤੀ ਵੱਡੀ ਗਿਣਤੀ ਪੰਜਾਬੀਆਂ ਦੀ ਤੇ ਭਾਰਤੀਆਂ ਦੀ ਵੀ ਰਹੀ ਹੈ। ਹੁਣ ਜਸਿੰਡਾ ਆਰਡਨ ਦੇ ਜਾਣ ਦੇ ਨਾਲ ਜਿੱਥੇ ਇੱਕ ਵਰਗ ਉਹ ਵੀ ਹੈ ਜਿਹੜੇ ਬਿਜ਼ਨਸ ਵਰਗ ਨੇ, ਜਿਹੜੇ ਕਿ ਇਹ ਸੋਚ ਰਹੇ ਸੀ ਕਿ ਬਈ ਅਸੀਂ ਮੰਦੀ ਦੀ ਮਾਰ ਥੱਲੇ ਆ ਗਏ ਆ, ਸਾਡੇ ਬਿਜ਼ਨਸਿਸ ਨੂੰ ਕੋਈ ਸਿਕਿਉਰਿਟੀ ਨਹੀਂ ਮਿਲ ਰਹੀ, ਤੇ ਉਹ ਜਸਿੰਡਾ ਆਰਡਨ ਤੇ ਲੇਬਰ ਸਰਕਾਰ ਦੇ ਵਤੀਰਾਂ ਤੋਂ ਔਖੇ ਵੀ ਸੀ, ਉਹ ਤਾਂ ਇਸ ਗੱਲ ਤੋਂ ਰਾਹਤ ਮਹਿਸੂਸ ਕਰ ਰਹੇ ਨੇ, ਖੁਸ਼ੀ ਵੀ ਮਨਾ ਰਹੇ ਨੇ ਕਿ ਚੰਗਾ ਹੋਇਆ ਕਿ ਜਸਿੰਡਾ ਆਰਡਨ ਜਾ ਰਹੇ ਨੇ ਤੇ ਹੁਣ ਕੋਈ ਨਵਾਂ ਚਿਹਰਾ ਆਊਗਾ, ਜਾਂ ਫਿਰ ਅਗਲੇ ਸਾਲ ਨਵੀਂ ਪਾਰਟੀ ਜਿਹੜੀ ਆ ਉਹ ਰਾਜ ਕਰਨ ਦੇ ਲਈ ਆਊਗੀ। ਅੱਛਾ, ਉੱਥੇ ਦੂਸਰੀ ਤਰਫ ਉਹ ਵੀ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਸ ਵਰੇ ਤੇ ਜਾਂ ਫਿਰ ਲੇਬਰ ਦੇ ਚੱਲਦਿਆਂ ਰੈਸੀਡੈਂਸੀਜ਼ ਪ੍ਰਾਪਤ ਹੋਈਆਂ ਨੇ, ਉਹਨਾਂ ਨੇ ਵੀ ਮੰਨਣਾ ਹੈ ਕਿ ਨਹੀਂ, ਜਸਿੰਡਾ ਆਰਡਨ ਹੋਣਾ ਨੇ ਆਪਣੀ ਟੈਨਿਊਰ ਦੇ ਵਿੱਚ ਬੜੇ ਅੱਛੇ ਕੰਮ ਕੀਤੇ ਨੇ,
ਤੇ ਬਹੁਤ ਅੱਛੇ ਤਰੀਕੇ ਨਾਲ ਦੇਸ਼ ਨੂੰ ਅੱਗੇ ਲੈ ਕੇ ਗਏ ਨੇ, ਤੇ ਉਹ ਥੋੜਾ ਜਿਹਾ ਮਾਯੂਸ ਵੀ ਨੇ। ਜੀ ਅੱਛਾ, ਕਿਹੜਾ ਚਿਹਰਾ ਹੋ ਸਕਦਾ ਜੈਸਿੰਡਾ ਤੋਂ ਬਾਅਦ? ਕੋਈ ਹੈ ਚਿਹਰਾ ਜਿਹੜਾ ਲੱਗਦਾ ਤੁਹਾਨੂੰ ਵੀ ਲੇਬਰ ਪਾਰਟੀ ਦੀ ਜਿਹੜੀ ਵਾਂਗਡੋਰ ਆ ਉਹਨੂੰ ਦਿੱਤੀ ਜਾ ਸਕਦੀ ਹੈ? ਜੀ ਬਿਲਕੁਲ, ਹਾਲਾਂਕਿ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਤਾਂ ਇਹੋ ਜਿਹਾ ਕੋਈ ਜ਼ਿਕਰ ਨਹੀਂ ਕੀਤਾਗਾ। ਇੱਕ ਜਿਹੜਾ ਕਿ ਉਹਨਾਂ ਜਿਹੜੇ ਫਾਈਨੈਂਸ ਮਿਨਿਸਟਰ ਨੇ ਗ੍ਰਾਂਟ ਰੋਬਰਟਸਨ, ਉਹਨਾਂ ਤੱਕ ਜਿਹੜਾ ਮੀਡੀਆ ਨੇ ਪਹੁੰਚ ਕੀਤੀ ਸੀ, ਪਰ ਗ੍ਰਾਂਟ ਰੋਬਰਟਸਨ ਨੇ ਇਹ ਕਲੀਅਰ ਕਰ ਦਿੱਤਾ ਕਿ ਮੈਂ ਦਾਅਵੇਦਾਰੀ ਪੇਸ਼ ਨਹੀਂ ਕਰਾਂਗਾ, ਮੈਂ ਜਿਹੜਾ ਕਿ ਉਹ ਪੀਐਮ ਦੀ ਦੌੜ ਤੋਂ ਬਾਹਰ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੇ ਮੌਜੂਦਾ ਇਮੀਗ੍ਰੇਸ਼ਨ ਮੰਤਰੀ ਨੇ ਮਾਈਕਲ ਵੁੱਡ, ਉਹ ਇੱਕ ਵੱਡੇ ਪ੍ਰਬਲ ਦਾਅਵੇਦਾਰ ਨੇ, ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਅਹਿਮ ਰੋਲ, ਅਹਿਮ ਜਿਹੜੇ ਮੰਤਰਾਲੇ ਮਿਲੇ ਨੇ, ਤੇ ਉਹ ਬੜੇ ਖਾਸ ਵੀ ਰਹੇ ਨੇ ਪੀਐਮ ਸਾਹਿਬਾ ਦੇ ਵੀ, ਤੇ ਖਾਸ ਕਰਕੇ ਉਹਨਾਂ ਦਾ ਇੱਕ ਵੱਡਾ ਜਿਹੜਾ ਨਾਮ ਹੈ ਲੇਬਰ ਪਾਰਟੀ ਵਿੱਚ ਵੀ। ਦੂਸਰੀ ਤਰਫ ਕ੍ਰਿਸ ਹਿਪਕਿੰਸ ਜਿਹੜੇ ਕਿ ਮੰਤਰੀ ਨੇ, ਉਹ ਵੀ ਇੱਕ ਬਹੁਤ ਵੱਡੇ ਕਦਵਾਰ ਨੇਤਾ ਨੇ। ਨਾਲ ਉਹਨਾਂ ਕੋਲੇ ਜਦੋਂ ਕੋਵਿਡ ਦੇ ਦਰਮਿਆਨ ਉਹਨਾਂ ਕੋਲੇ ਸਿਹਤ ਮੰਤਰਾਲਾ ਸੀਗਾ, ਉਹਨਾਂ ਨੇ ਇੱਕ ਬੜੀ ਵਧੀਆ ਕਾਰਗੁਜ਼ਾਰੀ ਵੀ ਮੰਨੀ ਜਾਂਦੀ ਹੈ। ਉਸ ਤੋਂ ਇਲਾਵਾ ਵੀ ਉਹ ਐਜੂਕੇਸ਼ਨ ਮਿਨਿਸਟਰ ਵੀ ਰਹੇ ਨੇ, ਤੇ ਕਾਫੀ ਰੋਲ ਦੇ ਵਿੱਚ ਉਹ ਰਹੇ ਨੇ, ਉਹਨਾਂ ਦਾ ਨਾਮ ਵੀ ਅੱਗੇ ਚੱਲ ਰਿਹਾ ਹੈ। ਸੋ ਹੁਣ ਦੇਖਣਾ ਇਹ ਬਣਦਾ ਜੀ, ਕਿਉਂਕਿ 22 ਜਨਵਰੀ ਨੂੰ ਇੱਕ ਕਾਕਸ ਦੀ ਮੀਟਿੰਗ ਹੋਣੀ, ਜਿਹਨੂੰ ਆਪਾਂ ਕੋਰ ਕਮੇਟੀ ਕਹਿ ਦਿੰਦੇ ਆ। ਕੋਰ ਕਮੇਟੀ ਦੇ ਵਿੱਚੋਂ ਇਹ ਫੈਸਲਾ ਨਿਕਲ ਕੇ ਆਊਗਾ, ਜਿਹੜੇ ਵੀ ਬੰਦੇ ਦੇ ਨਾਮ ਤੇ 2/3 ਜਿਹੜੀਆਂ ਮੋਹਰ ਲੱਗੂਗੀ, 2/3 ਲੋਕ ਉਹਦੇ ਹੱਕ 'ਚ ਭੁਗਤਣਗੇ, ਉਹ ਅਗਲਾ ਜਿਹੜਾ ਲੀਡਰ ਚੁਣਿਆ ਜਾਊਗਾ। ਜੇਕਰ ਇਹ ਫੈਸਲਾ ਕੋਰ ਕਮੇਟੀ ਦੇ ਵਿੱਚ, ਕਾਕਸ ਦੇ ਵਿੱਚ ਨਹੀਂ ਹੁੰਦਾ, ਤਾਂ ਫਿਰ ਇਹਨੂੰ ਜਿਹੜਾ ਕਿ ਲੇਬਰ ਪਾਰਟੀ ਜਿਹੜੀ ਅਗਲੀ ਜਿਹੜੀ ਵਾਈਡਰ ਮੈਂਬਰਸ਼ਿਪ ਹੈ ਉਹਦੇ ਤੱਕ ਲੈ ਕੇ ਜਾਇਆ ਜਾਊਗਾ, ਤੇ ਉਹਨਾਂ ਵਿੱਚੋਂ ਫਿਰ ਇੱਕ ਨਾਮ ਜਾਂ ਕੋਈ ਚਿਹਰਾ ਚੁਣਿਆ ਜਾ ਸਕਦਾ। ਅੱਛਾ ਹਰਮੀਤ ਜੀ, ਮੇਰਾ ਆਖਰੀ ਸਵਾਲ ਤੁਹਾਨੂੰ ਇਹ ਰਹੇਗਾ ਕਿ ਜੈਸਿੰਡਾ ਆਰਡਨ ਕਿਉਂਕਿ ਰਾਜਨੀਤੀ ਨੂੰ ਨਹੀਂ ਛੱਡ ਰਹੇ, ਸਿਰਫ ਤੇ ਸਿਰਫ ਆਪਣੀ ਕਹਿ ਲਈਏ ਕਿ ਇੱਕ ਵੱਡੀ ਰਿਸਪੌਂਸਿਬਿਲਿਟੀ ਨੂੰ ਛੱਡ ਰਿਹਾ, ਐਮਪੀ ਲਈ ਉਹ ਲੜਦੇ ਰਹਿਣਗੇ? ਨਹੀਂ ਜੀ, ਇਹ ਵੀ ਤਾਂ ਮੈਂ ਕਲੀਅਰ ਕਰ ਦਿਆਂ, ਉਹਨਾਂ ਨੇ ਇਹ ਵੀ ਆਪਣੇ ਭਾਸ਼ਣ 'ਚ ਕਲੀਅਰ ਕੀਤਾ ਹੈ ਕਿ ਉਹ ਸਿਰਫ 15 ਅਪ੍ਰੈਲ ਤੱਕ ਆਪਣੀ ਮੈਂਬਰ ਪਾਰਲੀਮੈਂਟ, ਉਹ ਮਾਊਂਟ ਐਲਬਰਟ ਜਿਹੜਾ ਕਿ ਆਕਲੈਂਡ ਦਾ ਹੀ ਇੱਕ ਸਬਬ ਆ, ਉੱਥੋਂ ਚੁਣ ਕੇ ਆਏ ਨੇ, ਤੇ ਪਿਛਲੇ 3 ਟਰਮਸ 15 ਸਾਲਾਂ ਤੋਂ ਉੱਥੋਂ ਹੀ ਉਹ ਐਮਪੀ ਨੇ। ਉਹਨਾਂ ਨੇ ਕਿਹਾ ਕਿ ਮੈਂ 15 ਅਪ੍ਰੈਲ ਤੱਕ ਉਸ ਐਮਪੀ ਦੇ ਪਦ ਤੇ ਬਣੀ ਰਹੂੰਗੀ, ਉਸ ਤੋਂ ਬਾਅਦ ਮੈਂ ਅਸਤੀਫਾ ਦੇਣਾ। ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਫੌਰਨ ਅਸਤੀਫਾ ਦੇ ਦੇਵਾਂ, ਤੇ ਇੱਕ ਹੋਰ ਬਾਈ ਇਲੈਕਸ਼ਨ ਜਿਹੜਾ ਆ ਮਾਊਂਟ ਐਲਬਰਟ ਦੇ ਲੋਕਾਂ ਤੇ ਇਹਨਾਂ ਦੇਸ਼ ਦੇ ਉੱਤੇ ਪਵੇ, ਕਿਉਂਕਿ ਅਪ੍ਰੈਲ ਤੋਂ ਬਾਅਦ ਫਿਰ ਉਹਨਾਂ ਸਮਾਂ ਬਚਣਾ ਨਹੀਂ ਹੈ, ਕਿਉਂਕਿ ਅਕਤੂਬਰ ਦੇ ਵਿੱਚ ਜਿਹੜੀਆਂ ਨੇ ਇਲੈਕਸ਼ਨ 14 ਅਕਤੂਬਰ ਨੂੰ ਹੋਣੀਆਂ ਨੇ, ਫਿਰ ਜਿਹੜੀਆਂ ਉਹ ਬਾਈ ਇਲੈਕਸ਼ਨ ਨਹੀਂ ਹੋਣਗੀਆਂ, ਫਿਰ ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਉਦੋਂ ਹੀ ਹੋਣਗੀਆਂ। ਤੇ ਉਹਨਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਮੈਂ ਆਪਣੇ ਐਮਪੀ ਦੇ ਪਦ ਤੋਂ ਵੀ ਅਸਤੀਫਾ ਦੇ ਦੇਵਾਂਗੀ। ਜੀ ਹਰਮੀਤ ਜੀ, ਬਹੁਤ ਬਹੁਤ ਸ਼ੁਕਰੀਆ ਔਰ ਇਸ तमाम ਜਾਣਕਾਰੀ ਦੇ ਲਈ। ਔਰ ਇੱਕ ਜਾਂਦੇ ਦੱਸ ਦਿਓ ਕਿ ਇਮੀਗ੍ਰੇਸ਼ਨ ਪਾਲਿਸੀ, ਜੇ ਕੋਈ ਬੰਦਾ ਆਉਂਦਾ ਹੈ ਨਵਾਂ ਹੋਏਗਾ ਜਾਂ ਲੇਬਰ ਪਾਰਟੀ ਹੀ ਆਉਂਦੀ ਹੈ, ਫਿਰ ਇਮੀਗ੍ਰੇਸ਼ਨ ਪਾਲਿਸੀ ਸੇਮ ਰਹਿਣ ਵਾਲੀ ਹੈ ਜਾਂ ਕੁਝ ਬਦਲਾਅ ਇੱਕੇ ਦੁੱਕਾ ਹੋ ਸਕਦਾ ਹੈ? ਦੇਖੋ ਜੀ, ਗੱਲ ਇਦਾਂ ਕਿ ਇਮੀਗ੍ਰੇਸ਼ਨ ਜਿਹੜੀ ਹੈ ਨਾ, ਉਹ ਇੱਕ ਸਭ ਤੋਂ ਵੱਡਾ ਟੇਢਾ ਸਵਾਲ ਹੁੰਦੀ ਹੈ, ਖਾਸ ਤੌਰ ਤੇ ਫੋਰਨਸ ਦੇ ਲਈ, ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਇੱਕ ਬਹੁਤ ਫੂਕ ਕੇ ਕਦਮ ਰੱਖਦੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ, ਤੇ ਸਰਕਾਰਾਂ ਨੂੰ ਪਤਾ ਹੁੰਦਾ ਕਿ ਕਿਹੜੇ ਵੇਲੇ ਕਦੋਂ ਬੰਦੇ ਖੁਸ਼ ਕਰਨੇ ਨੇ, ਜਾਂ ਫਿਰ ਕਿਹੜੇ ਵੇਲੇ ਕਿਹੜੀਆਂ ਨੀਤੀਆਂ ਬਣਾਉਣੀਆਂ ਨੇ, ਤਾਂ ਜੋ ਜਿਹੜੀ ਲੋਕਾਂ ਦੀ ਜਿਹੜੀ ਭਾਵਨਾ ਹੈ ਉਹ ਸਾਡੇ ਪ੍ਰਤੀ ਬਣੀ ਰਵੇ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜੀ ਵੀ ਪਾਰਟੀ ਅੱਗੇ ਆਉਂਦੀ ਹੈ ਤੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਨੀਤੀਆਂ ਬਣਾਉਂਦੀ ਹੈ। ਫਿਲਹਾਲ ਦੀ ਘੜੀ ਜਿਹੜੀ ਹੈ ਉਹ ਲੇਬਰ ਪਾਰਟੀ ਨੇ, ਕਿਉਂਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਲੋਕਾਂ ਦੇ ਜਿਹੜੇ ਮਾਪੇ ਨੇ ਉਹ ਵੀ ਨਹੀਂ ਸੀ ਆ ਸਕਦੇ, ਉਹ ਵੀ ਮਿਲਣ ਨੂੰ ਤਰਸੇ ਹੋਏ ਸੀ। ਲੇਬਰ ਦੀ ਜਿਹੜੀ ਆਮ ਲੇਬਰ ਹੈ ਉਹਦੀ ਬੜੀ ਸ਼ਾਰਟੇਜ ਹੋ ਗਈ ਸੀ, ਕਿਉਂਕਿ ਕਰੋਨਾ ਦੇ ਚੱਲਦਿਆਂ ਨਿਊਜ਼ੀਲੈਂਡ ਨੇ ਆਪਣੇ ਦਰਵਾਜ਼ੇ ਬੰਦ ਰੱਖੇ ਸੀ, ਬਾਹਰੋਂ ਲੋਕ ਆ ਨਹੀਂ ਸੀ ਸਕੇ। ਪਰ ਉਹ ਹੁਣ ਲੇਬਰ ਪਾਰਟੀ ਨੇ ਬਹੁਤ ਸੁਖਾਵੇਂ ਕਰ ਦਿੱਤੇ, ਲੋਕਾਂ ਦੇ ਮਾਪੇ ਵੀ ਮਿਲਣ ਆ ਰਹੇ ਨੇ, ਬੜੀ ਵੱਡੀ ਗਿਣਤੀ ਵਿੱਚ ਆ ਰਹੇ ਨੇ, ਤੇ ਬਾਹਰੋਂ ਕੰਮ ਕਰਨ ਵਾਲੀ ਜਿਹੜੀ ਲੇਬਰ ਹੈ ਉਹ ਵੀ ਆ ਰਹੀ ਹੈ। ਬਹੁਤ ਜਿਹੜੀਆਂ ਵੱਖਰੀਆਂ ਜੌਬ ਜਿਹੜੀਆਂ ਨੇ ਉਹ ਵੀ ਫਿਲ ਕੀਤੀਆਂ ਜਾ ਰਹੀਆਂ ਨੇ। ਪਰ ਅੱਗੇ ਚੱਲ ਕੇ ਕੀ ਰਹਿੰਦਾ, ਕੀ ਹਾਲਾਤ ਰਹਿਣਗੇ, ਇਹਦਾ ਅਜੇ ਆਪਾਂ ਕੁਝ ਵੀ ਕਹਿ ਨਹੀਂ ਸਕਦੇ, ਇਹਦਾ ਭਵਿੱਖ ਦੇ ਗਰਭ 'ਚ ਹੀ ਪਿਆ। ਜੀ ਬਹੁਤ ਬਹੁਤ ਸ਼ੁਕਰੀਆ ਹਰਮੀਤ ਜੀ तमाम ਜਾਣਕਾਰੀ ਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਵਾਕਈ, ਕਿਉਂਕਿ ਜਦੋਂ ਅਸੀਂ ਪਾਲਿਸੀਆਂ ਦੀ ਗੱਲ ਕਰਦੇ ਹਾਂ ਤਾਂ ਹਰ ਕੰਟਰੀ ਦੀ ਪਾਲਿਸੀ ਹੈ ਕਿ ਕਦੋਂ ਲੋਕਾਂ ਨੂੰ ਖੁਸ਼ ਕਰਨਾ ਹੈ, ਕਦੋਂ ਗਲੋਬਲ ਲੋਕ ਨੂੰ ਖੁਸ਼ ਕਰਨਾ ਜਾਂ ਕਦੋਂ ਅੰਦਰਲੇ ਲੋਕਾਂ ਨੂੰ ਖੁਸ਼ ਕਰਨਾ ਹੈ। ਇਹਦੇ ਉੱਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਨਵੀਆਂ ਪਾਲਿਸੀਜ਼ ਕੀ ਹੋਣਗੀਆਂ, ਲੇਬਰ ਦੀਆਂ ਪਾਲਿਸੀਜ਼ ਕੀ ਰਹਿਣਗੀਆਂ, ਜਾਂ ਫਿਰ ਕੋਈ ਨਵੀਂ ਪਾਰਟੀ ਆਉਂਦੀ ਹੈ ਤਾਂ ਉਹਦੀ ਪਾਲਿਸੀ ਕੀ ਰਹਿਣਗੀਆਂ। ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ। ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।